Jesus, I thank you, Lord. Thank you, Jesus. Thank you, Jesus. Thank you, Jesus. Thank you, Jesus. Thank you, Lord Jesus. ਤੂੰ Thank ਸੈਨਾ ਦਾ you. ਯਹੋਵਾ ਪਰਮੇਸ਼ਰ ਹੈ ਪ੍ਰਭੂ You are the Lord of the hosts, God. ਅਤੇ ਅੱਜ ਜੋ ਵੀ ਸੱਚੇ ਈਮਾਨ ਦੇ ਨਾਲ ਇੱਥੇ ਆਇਆ All ਹੈ who have come with a true faith. ਅਤੇ ਕੋਈ ਵੀ ਅੱਜ ਬਿਨਾਂ ਆਸ਼ੀਸ਼ ਤੋਂ ਵਾਪਸ ਨਾ ਜਾਏ ਪ੍ਰਭੂ Let none return without bless. ਅਤੇ ਜਿਨ੍ਹਾਂ ਦੇ ਮੂੰਹਾਂ ਨੂੰ ਸ਼ੈਤਾਨ ਨੇ ਬੰਦ ਕੀਤਾ ਹੈ And all those mouths that have been stopped by the ਅੱਜ ਉਹਨਾਂ ਲੋਕ ਨੂੰ ਅਸੀਂ ਯਿਸੂ ਦੇ ਨਾਂ 'ਚ ਤੋੜ ਦਿੰਦੇ ਹਾਂ we break every lock of the enemy. ਔਰ ਪ੍ਰਭੂ ਤੇਰੀ ਵਡਿਆਈ ਕਰ ਸਕਣ They may be able to glorify. ਤੇਰੀ ਮਹਿਮਾ ਕਰ They may be ਸਕਣ able to praise you. ਔਰ ਪ੍ਰਭੂ ਉਹਨਾਂ ਵਚਨਾਂ ਨੂੰ ਆਪਣੇ ਜੀਵਨ 'ਚ ਲੈ ਸਕਣ May be able to take those words in their ਤੇਰਾ lives. ਰੂਹ ਤੇਰੇ ਲੋਕਾਂ ਨੂੰ ਛੁਲਵੇ Let your spirit touch your ਐਸੇ ਹੀ people. ਵੇਲੇ ਛੁਲਵੇ Touch them now. ਔਰ ਇਹਨਾਂ ਦੇ ਦਿਲ ਛਿਦ ਜਾਣ Let their hearts be pure. ਔਰ ਪ੍ਰਭੂ ਤੇਰੇ ਬਪਤਿਜ਼ਮ ਲਈ ਤਿਆਰ ਹੋ ਜਾਣ They prepare themselves for ਪਾਣੀ baptism. ਦਾ ਬਪਤਿਸਮਾ ਹੀ ਨਹੀਂ Not only the water's ਪਰ baptism, ਅੱਗ ਦੇ ਬਪਤਿਸਮੇ ਲਈ but ਤਿਆਰ ਹੋ the ਜਾਣ baptism of fire. ਅੱਗ Even. ਦਾ ਬਪਤਿਸਮਾ Like fire of baptism. ਯਿਸੂ ਮਸੀਹ ਦੇ ਨਾਮ ਦੇ ਵਿੱਚ In the name of the Lord Jesus. ਆਮੇਨ Amen. ਸੋ ਪ੍ਰਭੂ ਦਾ ਵਚਨ ਇਸ ਤਰ੍ਹਾਂ ਕਹਿੰਦਾ ਹੈ So the word of God says ਕਿ ਜਦ ਮੈਂ ਆਪਣੇ ਲੋਕਾਂ ਦੇ ਉੱਤੇ ਕਿਰਪਾ ਨੂੰ ਲੈ ਕੇ ਆਉਂਦਾ ਹਾਂ that when I bring my grace upon my people, ਤਾਂ ਮੈਂ ਦੇਰ ਨਹੀਂ ਕਰਦਾ then I do not delay. ਆ ਜਿੰਨੇ ਵੀ ਇੱਥੇ ਆਏ ਹਨ All who have come here, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ and I want to tell you, ਪਰਮੇਸ਼ਰ ਕਿਸੇ ਵੀ ਵਿਅਕਤੀ ਦੇ ਲਈ ਦੇਰ ਨਹੀਂ ਕਰਨੀ ਚਾਹੁੰਦੇ God never wants to delay for any person. ਐਸੇ ਹੀ ਵੇਲੇ Now, ਜਦ ਤੁਸੀਂ ਇੱਥੇ ਆਏ ਹੋ as you have come here, ਐਸੇ ਹੀ ਵੇਲੇ now, ਖੁਦਾ ਦਾ ਰੂਹ ਤੁਹਾਨੂੰ ਛੂਹਣਾ ਚਾਹੁੰਦਾ the ਹੈ Spirit of the Lord wants to ਛੂਹਣਾ touch. ਚਾਹੁੰਦਾ He ਹੈ wants to touch ਅਤੇ you. ਬਹੁਤ ਸਾਰੇ ਲੋਕਾਂ ਨੂੰ ਛੂਹ ਰਿਹਾ ਹੈ And He's touching many. ਮੈਂ ਦੇਖ ਰਿਹਾ ਹਾਂ ਕਿ ਜਿਹੜੀਆਂ ਸੁੱਕੀਆਂ ਬੰਜਰ ਜ਼ਮੀਨਾਂ ਦਿਲ ਦੀਆਂ ਨੇ ਅੱਜ ਉਹ ਪਵਿੱਤਰ ਆਤਮਾ ਦੇ ਨਾਲ ਸਿੰਜ ਹੋ ਰਹੀਆਂ ਨੇ I see the barren lands of the heart being absorbed and soaked by the Spirit. ਮੈਂ ਦੇਖ ਰਿਹਾ ਪਰਮੇਸ਼ਰ ਸਦਾ ਬਹਾਰ ਤੁਹਾਨੂੰ ਬਣਾ ਰਿਹਾ ਹੈ I see God making you prosper for all ਜਿਵੇਂ times. ਜਿਵੇਂ ਦਰਖਤਾਂ ਦੇ ਉੱਤੇ ਪੱਤਝੜ ਦਾ ਸਮਾਂ ਆਉਂਦਾ ਹੈ As there is an autumn season on the season. ਪਰਮੇਸ਼ਰ ਦੇ ਲੋਕਾਂ ਦੇ ਉੱਤੇ ਪੱਤਝੜ ਦਾ ਰੁੱਤ ਨਹੀਂ ਆਏਗਾ No more autumn seasons in the people of the Lord. ਤੁਸੀਂ ਸਦਾ ਬਹਾਰ ਰਹੋਗੇ You shall prosper, O ਤੁਸੀਂ Lord. ਭਰੇ ਰਹੋਗੇ ਪਰਮੇਸ਼ਰ ਦੇ ਪ੍ਰਤਾਪ ਦੇ You ਨਾਲ shall be filled with His glory at ਪਰ times. ਪਰਮੇਸ਼ਰ ਦੇ ਹੁਕਮ ਨੂੰ ਮੰਨਣਾ ਪਵੇਗਾ You ought to obey His ਕੀ ਹੈ commands. ਪਰਮੇਸ਼ਰ ਦਾ ਹੁਕਮ What is the command of ਉਹ ਸਾਨੂੰ God? ਅੱਜ ਦੱਸਣਾ ਚਾਹੁੰਦਾ ਹੈ He wants to tell unto us. ਧਿਆਨ ਦੇ ਨਾਲ ਸੁਣਨਾ ਹੈ Listen with attention. ਜਦੋਂ ਤੁਹਾਨੂੰ ਲਾਇਸੈਂਸ ਦਿੱਤਾ ਜਾਂਦਾ ਹੈ When you are granted a license, ਉਹ ਕਿਉਂ ਮਿਲਦਾ ਹੈ why do you receive that? ਤਾਂ ਕਿ ਤੁਸੀਂ ਕਾਰ ਚਲਾ ਸਕੋ So that you can drive a car. ਉਹ ਲਾਇਸੈਂਸ ਕਿਉਂ ਮਿਲਦਾ ਹੈ Why the license is given unto ਕਿਉਂਕਿ thee? ਤੁਸੀਂ ਉਹਨਾਂ ਨਾਲ ਸਹਿਮਤ ਹੁੰਦੇ ਆ ਅਸੀਂ ਤੁਹਾਡੇ ਕਾਨੂੰਨ ਦੇ ਅਨੁਸਾਰ ਚੱਲਾਂਗੇ For you agree to the terms and conditions of the company. ਤੁਸੀਂ ਉਹਨਾਂ ਨੂੰ ਕਹਿੰਦੇ ਆ ਵੀ ਹਾਂ ਅਸੀਂ ਖੱਬੇ ਹੱਥ ਗੱਡੀ ਚਲਾਵਾਂਗੇ And you agree that we will drive onto the left hand side. ਫਿਰ ਉਹ ਤੁਹਾਨੂੰ ਲਾਇਸੈਂਸ ਇਸ਼ੂ ਕਰਦੇ Then ਹਨ they issue you the license. ਸਾਰੀ ਦੁਨੀਆ ਦੇ ਵਿੱਚ ਫਿਰ ਤੁਹਾਨੂੰ ਕੋਈ ਰੋਕਦਾ ਨਹੀਂ ਹੈ Then in all the world, it stops ਕਿਉਂਕਿ here. ਤੁਸੀਂ ਇੱਕ ਲਾਇਸੈਂਸ ਹਾਸਲ ਕੀਤਾ ਹੈ ਇੱਕ ਐਗਰੀਮੈਂਟ ਦੇ ਦੁਆਰਾ For you have received a license with an agreement. ਬਪਤਿਸਮਾ ਵੀ ਇੱਕ ਐਗਰੀਮੈਂਟ ਹੈ Baptism too is an agreement. ਪਰਮੇਸ਼ਰ ਦੇ ਕੋਲੋਂ ਬਰਕਤਾਂ ਲੈਣ ਦੇ ਲਈ To receive the blessings from God. ਅਤੇ ਸਵਰਗ ਦੇ ਵਿੱਚ ਪ੍ਰਵੇਸ਼ ਹੋਣ ਦੇ ਲਈ And to enter into the kingdom of ਉਹ God. ਕਿੱਦਾਂ ਆਪਣੇ ਲੋਕਾਂ ਨੂੰ ਬਚਾਉਂਦਾ ਹੈ How He saves His people. ਅਸੀਂ ਜ਼ਬੂਰਾਂ ਦੀ ਪੋਥੀ 107 ਨੰਬਰ ਚੈਪਟਰ ਦੇ ਅੰਦਰ ਜਾ ਕੇ ਦੇਖਦੇ ਹਾਂ In the book of Psalms 107 we will go and ਉਸ ਦੀ see. 20 ਆਇਤ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ In verse 20 he says, ਉਹ ਆਪਣਾ ਵਚਨ ਘੱਲ ਕੇ ਉਹਨਾਂ ਨੂੰ ਚੰਗਾ ਕਰਦਾ ਹੈ He sends forth His words and heals them. ਆਪਣਾ ਵਚਨ ਘੱਲਦਾ ਹੈ He ਉਹ sends His ਉਹ word. ਕਿਸੇ ਹੋਰ ਦਾ ਵਚਨ ਨਹੀਂ ਘੱਲਦਾ He doesn't send someone else's word. ਪਰਮੇਸ਼ਰ ਆਪਣਾ ਵਚਨ ਘੱਲਦੇ ਨੇ God sends His own word. ਅੱਜ ਪਰਮੇਸ਼ਰ ਨੇ ਆਪਣਾ ਕਲਾਮ ਭੇਜਿਆ ਹੈ And God has sent His word. ਉਸਨੇ ਆਪਣਾ ਵਚਨ ਭੇਜਿਆ ਹੈ He has sent His word. ਜਦੋਂ ਉਸ ਦਾ ਕਲਾਮ ਆਉਂਦਾ ਹੈ When His word ਜਦੋਂ ਉਸ ਦਾ comes, ਵਚਨ ਆਉਂਦਾ ਹੈ when His word comes,
ਉਹ ਸਾਨੂੰ ਕੀ ਕਰਦਾ ਹੈ What does it do to ਸਭ us? ਤੋਂ ਪਹਿਲਾਂ ਸਾਨੂੰ ਕੀ ਕਰਦਾ What ਹੈ does it do first of all? ਪਰਮੇਸ਼ਰ ਦਾ ਵਚਨ ਇਦਾਂ ਦੱਸਦਾ ਹੈ The word of God ਉਹ says, ਸਭ ਤੋਂ ਪਹਿਲਾਂ ਸਾਨੂੰ ਚੰਗੇ ਕਰਦਾ ਹੈ first of all, he heals us. Hallelujah. Hallelujah. ਕਿੰਨੇ ਜਾਣੇ ਚੰਗਾ ਹੋਣਾ ਚਾਹੁੰਦੇ ਨੇ How many you want to be healed? ਜ਼ਰੂਰੀ ਨਹੀਂ ਸਿਹਤ ਦੇ ਵਿੱਚ ਚੰਗਾ ਕਰਨੇ ਚਾਹੁੰਦਾ ਆ It's not important that only in the health you can be healed. ਉਹ ਤੁਹਾਨੂੰ ਸੁਭਾਅ ਦੇ ਵਿੱਚ ਵੀ ਚੰਗਾ ਕਰਨਾ ਚਾਹੁੰਦਾ ਹੈ Even in your nature, he wants to heal ਉਹ you. ਤੁਹਾਨੂੰ ਬੋਲਣ ਦੇ ਵਿੱਚ ਵੀ ਚੰਗਾ ਕਰਨਾ He ਚਾਹੁੰਦਾ wants to ਹੈ heal you even when you talk. ਉਹ ਤੁਹਾਨੂੰ ਚੱਲਣ ਦੇ ਵਿੱਚ ਵੀ ਚੰਗਾ ਕਰਨਾ He ਚਾਹੁੰਦਾ will ਹੈ heal you when you walk. Also, ਬਾਣੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ it is written in the ਉਹ word. ਆਪਣਾ ਵਚਨ ਘੱਲਦਾ ਹੈ He sends forth his Hallelujah. word. Hallelujah. ਆਪਣੇ ਦੋਨੇ ਹੱਥਾਂ ਨੂੰ ਉਠਾ ਕੇ ਉਸ ਨੂੰ ਕਹੀਏ ਪ੍ਰਭੂ ਧੰਨਵਾਦ ਤੂੰ ਅੱਜ ਆਪਣਾ ਵਚਨ ਭੇਜਿਆ ਹੈ Raise both your hands and say, Lord, we thank you for ਉਸ sending ਦਾ your word. ਧੰਨਵਾਦ ਕਰੀਏ ਕਿ ਉਸਨੇ ਵਚਨ ਭੇਜਿਆ ਹੈ Give thanks to him for he has sent his ਉਸ word. ਨੂੰ ਕਹੀਏ ਪ੍ਰਭੂ ਧੰਨਵਾਦ Oh Lord, I thank ਮੈਂ you. ਇਸ ਯੋਗਿਆ ਨਹੀਂ ਸੀਗਾ I was not worthy. ਪਰ ਤੂੰ ਆਪਣੇ ਨਬੀਆਂ ਦੇ ਦੁਆਰਾ ਆਪਣੇ ਸੇਵਕਾਂ ਦੇ ਦੁਆਰਾ ਮੈਨੂੰ ਦਿੱਤਾ ਹੈ But you have given unto me by your prophets and servants. ਪ੍ਰਭੂ ਮੈਂ ਤੇਰਾ ਧੰਨਵਾਦ ਕਰਦਾ ਹਾਂ Lord, I thank you thee ਕਿ ਤੂੰ ਆਪਣਾ ਵਚਨ ਭੇਜਿਆ ਹੈ that you have sent ਮੈਂ forth your ਇਸ ਨੂੰ word. ਗ੍ਰਹਿਣ ਕਰਦਾ ਹਾਂ I receive ਮੈਂ ਆਪਣੇ your ਜੀਵਨ word. ਚ ਲੈਂਦਾ ਹਾਂ I take it in my life. ਯੀਸ਼ੂ ਮਸੀਹ ਦੇ ਨਾਮ ਦੇ ਵਿੱਚ In the name of the Lord Jesus. ਉੱਚੀ ਆਵਾਜ਼ ਦੇ ਵਿੱਚ ਬੋਲੀਏ ਆਮੇਨ Say amen. ਹਾਲੇਲੂਇਆ Hallelujah. ਕਿੰਨੇ ਜਾਣੇ ਨੂੰ ਆਨੰਦ ਆ ਰਿਹਾ ਹੈ How many are joyful? ਕਿੰਨੇ ਜਾਣਿਆਂ ਦੇ ਦਿਲ ਦੀ ਤਾਰ ਟੁੰਗ 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 ਕਰ ਰਹੀ ਹੈ How many's heart's wire are just playing? ਕਿੰਨੇ ਜਾਣਿਆਂ ਨੂੰ ਪਵਿੱਤਰ ਆਤਮਾ ਛੂ ਰਿਹਾ ਹੈ To whom all is the Holy Spirit touching? ਅਤੇ ਉਹਨਾਂ ਦੀ ਜਿਸਮ ਦੇ ਜਿਹੜੇ ਬਾਲ ਹੈ ਉਹ ਖੜੇ ਹੋ ਰਹੇ ਹਨ And they are having goose flesh in their ਕਿੰਨਿਆਂ ਨੂੰ bodies. ਇਹ ਮਹਿਸੂਸ ਹੋ ਰਿਹਾ ਹੈ How many ਕਿ of- ਕੋਈ ਉਹਨਾਂ ਨੂੰ ਛੂ ਰਿਹਾ ਹੈ How many of you feel that someone ਮੈਂ is ਤੁਹਾਨੂੰ touching? ਦੱਸਣਾ ਚਾਹੁੰਦਾ And I ਹਾਂ want to tell ਉਹ you, ਜਿਸ ਨੇ ਵਚਨ ਭੇਜਿਆ the ਹੈ one who has sent forth his ਉਹੀ word, ਅੱਜ ਤੁਹਾਨੂੰ ਛੂ ਰਿਹਾ he is ਹੈ the one who is ਉਹ touching. ਤੁਹਾਡਾ ਅਸਲੀ ਪਰਮੇਸ਼ਰ ਹੈ He is your true God. ਹਾਲੇਲੂਇਆ Hallelujah. ਹਾਲੇਲੂਇਆ Hallelujah. ਵਚਨ ਚ ਲਿਖਿਆ ਉਹ ਆਪਣਾ ਵਚਨ ਭੇਜਦਾ ਹੈ In the word he says he sends forth his word. ਅਤੇ ਤੁਹਾਨੂੰ ਚੰਗਾ ਕਰਦਾ ਹੈ And then he heals ਅੱਜ you. ਜਿੰਨੇ ਸ਼ੱਕ ਤੋਂ ਬਿਨਾਂ ਆਏ ਨੇ All who have come without doubting. ਜਿੰਨੇ ਵਿਸ਼ਵਾਸ ਦੇ ਨਾਲ ਆਏ ਨੇ All who have come with faith. ਇਹ ਵਚਨ ਸੁਣਦਿਆਂ ਹੀ ਅੱਜ ਤੁਹਾਨੂੰ ਉਹ ਚੰਗਾ ਕਰ ਦੇਵੇਗਾ As you will keep listening to the word, he will heal you. ਨਸ਼ਾ ਤੇ ਦੁਸ਼ਟ ਆਤਮਾ ਦੀਆਂ ਤਾਕਤਾਂ ਤੁਹਾਨੂੰ ਐਸੇ ਵੇਲੇ ਛੱਡ ਕੇ ਚਲੀਆਂ ਜਾਣਗੀਆਂ All kind of spirits of addiction and of the evil will leave you. ਉਹ ਤੁਹਾਨੂੰ ਐਸੇ ਵੇਲੇ ਚੰਗੀਆਂ ਚੀਜ਼ਾਂ ਨਾਲ ਭਰ ਦੇਵੇਗਾ And this very moment he shall fill you with good things. ਐਸੇ ਵੇਲੇ ਤੁਸੀਂ ਸ਼ਿਫਾ ਨੂੰ ਪਾ ਰਹੇ ਹੋ And you are receiving your healing now. ਐਸੇ ਵੇਲੇ ਤੁਸੀਂ ਬੁਰੀਆਂ ਆਦਤਾਂ ਤੋਂ ਬਾਹਰ ਆ ਰਹੇ ਹੋ You are coming out of our bad habits now. ਕਰਕੇ ਉਹ ਤੁਹਾਨੂੰ ਚੰਗਾ ਕਰਦਾ ਹੈ For he heals you. ਚੰਗਾ ਕਰਨ ਤੋਂ ਬਾਅਦ ਉਹ ਤੁਹਾਨੂੰ ਇੱਕ ਸ਼ੁੱਧ ਪਾਣੀ ਨਾਲ ਧੋਂਦਾ And ਹੈ after he heals you, he washes you with clean water. ਅਤੇ ਬਾਣੀ ਦੇ ਵਿੱਚ ਲਿਖਿਆ ਆਉਣ ਵਾਲੀ ਤਬਾਹੀ ਤੋਂ ਤੁਹਾਨੂੰ ਬਚਾਉਂਦਾ ਹੈ And the word says he saves you from coming destruction. ਅੱਜ ਇਹ ਜਿਹੜਾ ਵਚਨ ਇੱਥੇ ਆ ਰਿਹਾ ਹੈ The word that is being spoken over here. ਪਰਮੇਸ਼ਰ ਨੇ ਤੁਹਾਨੂੰ ਆਉਣ ਵਾਲੀ ਤਬਾਹੀ ਤੋਂ ਬਚਾ ਲਿਆ ਹੈ The God has saved you from coming destruction. ਅੱਜ ਤੁਸੀਂ ਇੱਥੇ ਬੈਠੇ ਹੋ You are sitting over ਇਹ here. ਆਪਣੇ ਆਪ ਦੇ ਵਿੱਚ ਇਸ ਗੱਲ ਦੀ ਗਵਾਹੀ ਹੈ And this is the testimony on itself. ਆਉਣ ਵਾਲੀਆਂ ਤਬਾਹੀਆਂ ਤੁਹਾਨੂੰ ਕਦੇ ਵੀ ਨਾਸ਼ ਨਹੀਂ ਕਰ ਸਕਣਗੀਆਂ Coming destructions won't be able to destroy you. ਹਾਲੇਲੂਇਆ Hallelujah. ਹਾਲੇਲੂਇਆ Hallelujah. ਹਾਲੇਲੂਇਆ Hallelujah. ਮੈਂ ਇਸ ਕਰਕੇ ਬੋਲ ਰਿਹਾ ਹਾਂ And I'm speaking for ਤਾਂ ਕਿ ਤੁਸੀਂ ਬੋਲਣਾ ਸ਼ੁਰੂ ਕਰ ਦਿਓ so that you start to confess. ਬਹੁਤ ਸਾਰੇ ਲੋਕਾਂ ਦੇ ਮੂੰਹਾਂ ਨੂੰ ਸ਼ੈਤਾਨ ਨੇ ਜਿੰਦਾ ਲਗਾ ਕੇ ਰੱਖਿਆ ਹੈ Many people's mouths are locked by Satan. ਤਾਂ ਕਿ ਤੁਸੀਂ ਪਰਮੇਸ਼ਵਰ ਦੀ ਜਿਹੜਾ ਸੱਚ ਹੈ ਉਸ ਦੇ ਆਰਾਧਕ ਨਾ ਬਣ ਜਾਓ So that you do not become the worshipper of a true ਤਾਂ God. ਤੁਸੀਂ ਉਸ ਦੇ ਉਪਾਸਕ ਨਾ ਬਣ You ਜਾਓ don't become his servant. ਜਿਸ ਦਿਨ ਤੁਸੀਂ ਆਰਾਧਨਾ ਸ਼ੁਰੂ ਕਰ ਦਿੱਤੀ The day you start worshiping. ਜਿਸ ਦਿਨ ਤੁਸੀਂ ਕਹਿਣਾ ਸ਼ੁਰੂ ਕਰ ਦਿੱਤਾ And the day you start to confess. ਉਸੇ ਵੇਲੇ ਵੈਰੀ ਤੁਹਾਡੀਆਂ ਹੱਦਾਂ ਤੋਂ ਬਾਹਰ ਜਾਣਾ ਸ਼ੁਰੂ ਕਰ ਦੇਗਾ From that time on, the enemy will be going out of your ਸੋ boundaries. ਪ੍ਰਭੂ ਦਾ ਵਚਨ ਕਹਿੰਦਾ ਆਉਣ ਵਾਲੀ ਤਬਾਹੀ ਤੋਂ ਬਚਾਉਂਦਾ ਹੈ The word says he saves you from coming ਉਹ destruction. ਆਉਣ ਵਾਲੀ ਤਬਾਹੀ ਤੋਂ ਬਚਾਉਣਾ ਚਾਹੁੰਦਾ ਹੈ He wants to save you from coming destruction. ਇਸ ਕਰਕੇ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਦੇਖਦੇ ਹਾਂ ਕਿ ਉਹ ਸਾਨੂੰ ਕੀ ਅਧਿਕਾਰ ਦੇ ਰਿਹਾ ਹੈ And we will look into the word of God. What authority does he give ਉਹਨਾਂ us? ਅਧਿਕਾਰਾਂ ਨੂੰ ਪ੍ਰਾਪਤ ਕਰਨ ਤੋਂ ਪਹਿਲਾਂ ਅਸੀਂ ਕਿਸ ਤਰ੍ਹਾਂ ਚੱਲਣਾ ਹੈ How we ought to walk with before having that authority. ਅਸੀਂ ਪਰਮੇਸ਼ਰ ਦੇ ਨਾਲ ਕਿਹੜੇ ਕਮਿਟਮੈਂਟਸ ਕਰਨੇ ਨੇ What all commitments do we ought to bind with the God? ਜਿਸ ਤਰ੍ਹਾਂ ਵਿਆਹ ਤੋਂ ਪਹਿਲਾਂ ਪਤੀ ਪਤਨੀ ਇੱਕ ਦੂਜੇ ਦੇ ਨਾਲ ਕਮਿਟਮੈਂਟਸ
ਪ੍ਰੋਮਿਸ ਕਰਦੇ ਨੇ As before marriage, the husband and wife has a commitment between ਉਹ two. ਵਾਅਦੇ ਕਰਦੇ ਨੇ ਇੱਕ ਦੂਸਰੇ ਦੇ ਨਾਲ They have a promises between each ਮੈਂ other. ਤੇਰੇ ਨਾਲ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਾ ਰਿਹਾ That ਹਾਂ I, with all my will, is marrying here. ਫੇ ਔਰਤ ਕਹਿੰਦੀ ਹੈ ਮੈਂ ਆਪਣੀ ਮਰਜ਼ੀ ਨਾਲ ਤੇਰੇ ਨਾਲ ਵਿਆਹ ਕਰਾ ਰਹੀ And ਹਾਂ then the lady says she, with all her will, is trying to marry. ਫੇ ਦੋਨੋਂ ਇੱਕ ਦੂਸਰੇ ਨੂੰ ਕਹਿੰਦੇ ਆ ਮੈਂ ਤੇਰੇ ਦੁੱਖ ਸੁੱਖ ਵਿੱਚ ਸਾਂਝੀ ਹੋਵਾਂਗਾ And then they both say to each other, I will be with you in all your ups and downs. ਮੈਂ ਤੈਨੂੰ ਪਿਆਰ ਕਰਦਾ ਹਾਂ I love you. ਪਰਮੇਸ਼ਵਰ ਦੇ ਨਾਲ ਵੀ ਅੱਜ ਅਸੀਂ ਵਾਅਦਾ ਕਰਨਾ ਹੈ Today we ought to have promises with God. ਤੇਰੇ ਤੋਂ ਬਗੈਰ ਮੇਰਾ ਕੋਈ ਵੀ ਪਰਮੇਸ਼ਵਰ ਨਹੀਂ ਹੋਏਗਾ Oh, apart from you, none shall be my God. ਸਿਰਫ ਤੂੰ ਹੀ ਮੇਰਾ ਪਰਮੇਸ਼ਵਰ ਹੋਵੇਂਗਾ Only you will be my ਮੈਂ God. ਸਿਰਫ ਤੇਰੇ ਅੱਗੇ ਝੁਕਾਂਗਾ I shall bow into your ਮੈਂ presence. ਤੈਨੂੰ ਪਿਆਰ ਕਰਦਾ ਹਾਂ I love ਮੈਂ you. ਤੈਨੂੰ ਪਿਆਰ ਕਰਦਾ ਹਾਂ I love you. ਔਰ ਮੈਂ ਪ੍ਰਾਰਥਨਾ ਕਰਦਾ ਹਾਂ And I pray. ਮੇਰੇ ਨਾਲ ਨਾਲ ਚੱਲ ਮੇਰੇ ਪਰਮੇਸ਼ਵਰ Walk along with me, my God. ਕਿੰਨੇ ਜਾਣੇ ਚਾਹੁੰਦੇ ਨੇ ਕੋ ਸਾਡੇ ਨਾਲ ਨਾਲ ਚੱਲਣੇ How many of you want the Lord God to walk? ਵਾਓ ਹਾਲੇਲੂਇਆ Hallelujah. ਕੀ ਪਰਮੇਸ਼ਰ ਇੰਨੇ ਜਾਣੇ ਲੋਕਾਂ ਦੇ ਨਾਲ ਚੱਲਣ ਦੀ ਸਾਮਰਥ ਰੱਖਦਾ ਹੈ Is God worthy to walk with so many people? ਹਾਲੇਲੂਇਆ Hallelujah. ਸਾਡਾ ਪਰਮੇਸ਼ਰ ਸੱਚਾ ਹੈ ਜਿੰਦਾ ਹੈ Our God is true and He is a living God. ਤੁਹਾਡੀਆਂ ਸਾਰੀਆਂ ਸਿਚੁਏਸ਼ਨਾਂ ਨੂੰ ਬਦਲਣ ਦੀ ਤਾਕਤ ਹੈ ਉਹਦੇ ਅੰਦਰ And He has the power to turn your situation. ਅਤੇ ਮੈਂ ਵਿਸ਼ਵਾਸ ਕਰਦਾ ਹਾਂ And I believe. ਪਿਤਾ ਮੈਂ ਪ੍ਰਾਰਥਨਾ ਕਰਦਾ ਹਾਂ And I pray, Father. ਜਿਹੜੇ ਗੰਭੀਰ ਸਮੱਸਿਆਵਾਂ ਦੇ ਅੰਦਰ ਹਨ All who are in mysterious in their time. ਅੱਜ ਯਿਸੂ ਮਸੀਹ ਦੇ ਨਾਂ 'ਚ ਇਹਨਾਂ ਦੇ ਹਾਲਾਤ ਬਦਲ ਜਾਣ Let their situation be changed in the name of Jesus. ਯਿਸੂ ਮਸੀਹ ਦੇ ਨਾਂ 'ਚ ਮੰਗਦਾ ਹਾਂ Ask in the name of the Lord in Jesus. Jesus name Amen. amen Amen. ਹਾਲੇਲੂਇਆ Hallelujah. ਇੱਕ ਦੂਸਰੇ ਨੂੰ ਕਹੀਏ ਸਾਰੀਆਂ ਸਮੱਸਿਆਵਾਂ ਦਾ ਸਮਾਧਾਨ ਹੋ ਚੁੱਕਾ ਹੈ Say to each other, all the things have been rectified with. ਫਿਕਰ ਨਹੀਂ ਕਰਨਾ Do not worry. ਹਾਲੇਲੂਇਆ Hallelujah. ਹਾਲੇਲੂਇਆ Hallelujah. ਹਾਲੇਲੂਇਆ Hallelujah. ਕੀ ਤੁਸੀਂ ਇਹ ਕਹਿ ਪਾਏ Are you able to say? ਕਿ ਤੁਸੀਂ ਇਹ ਕਰ ਪਾਏ Did you able to do that? ਜਿਹੜਾ ਕੰਮ ਤੁਹਾਨੂੰ ਇੱਥੇ ਦਿੱਤਾ ਗਿਆ ਸੀ The word that was given unto thee. ਕਿ ਤੁਸੀਂ ਸ਼ੈਤਾਨ ਦੇ ਵਿਰੁੱਧ ਅੱਖਰ ਬੋਲ ਸਕੇ Could you speak against the words ਕਿ of? ਤੁਸੀਂ ਆਪਣੇ ਆਪ ਨੂੰ ਉੱਚਾ ਕਰ ਸਕੇ Could you able to exalt ਜੇ yourself? ਤੁਸੀਂ ਨਹੀਂ ਕਰ ਸਕੇ If you were not, ਹੁਣ ਮੈਂ ਦੂਜੀ ਵਾਰੀ ਮੌਕਾ ਦਿੰਦਾ and ਹਾਂ I give you a chance second ਇੱਕ time. ਦੂਸਰੇ ਨੂੰ ਕਹੋ ਚਿੰਤਾ ਨਾ ਕਰੋ Say to each other, do not worry. ਸਾਰੀਆਂ ਸਮੱਸਿਆਵਾਂ ਦੇ ਹੱਲ ਹੋ ਚੁੱਕੇ ਨੇ All the problems have been done away with. ਤੁਹਾਡੇ ਕੋਲ ਮੌਕਾ ਹੈ ਤੁਸੀਂ ਕਰ ਸਕਦੇ ਆ And you have the chance and you can do it now. ਹਾਲੇਲੂਇਆ Hallelujah. ਹਾਲੇਲੂਇਆ Hallelujah. ਗੱਜਣਾ ਹੈ ਗੱਜਣਾ You ought to roar. ਕਿਉਂਕਿ ਤੁਸੀਂ ਰੱਬ ਦੇ ਚੁਣੇ ਹੋਏ ਲੋਕ ਹੋ For you are the chosen people of God. ਤੇ ਚੁਣਿਆਂ ਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਹੁੰਦਾ And the ones who are chosen is not scarce of anything. ਉਹ ਥੱਕਦੇ ਨਹੀਂ ਹੈ They do not get weary. ਘਬਰਾਉਂਦੇ ਨਹੀਂ ਹੈ They do not worry. ਉਦਾਸ ਨਹੀਂ ਹੁੰਦੇ They do not get saddened. ਤੇ ਉਹ ਸਾਹਮਣਾ ਕਰਦੇ ਆ And they resist. ਅਤੇ ਜਿੱਤ ਪਾਉਂਦੇ ਆ And they are victorious. ਹਾਲੇਲੂਇਆ Hallelujah. ਓ ਪ੍ਰੇਜ਼ ਦ ਲਾਰਡ Oh, praise the Lord. ਕੋਈ ਸੌਤ ਨਹੀਂ ਰਿਹਾ ਤੁਹਾਡੇ ਲਾਗੇ Oh, is someone sleeping? ਜੇਕਰ ਸੌਰਿਆ ਦੇ ਜਦੀ ਬੱਖੀ ਚ ਹੁੰਜ ਮਾਰ ਦਿਓ ਫਿਰ If ਅੱਜ someone is sleeping, just push an elbow into his ਕਿਉਂਕਿ ਇੱਥੇ ਅਸੀਂ back. ਕਿਸੇ ਨੂੰ ਸੌਣ ਨਹੀਂ ਦਿੰਦੇ So we don't allow anybody to ਉਹ sleep. ਨਾ ਸੌਂਦਾ ਏ ਨਾ ਅੰਗਲਾਉਂਦਾ ਏ He doesn't sleep, neither does he just stumble. ਹਾਲੇਲੂਇਆ Hallelujah. ਓ ਪ੍ਰੇਜ਼ ਦ ਲਾਰਡ Praise the Lord. ਤੁਸੀਂ ਆਪਣੇ ਬਾਈਬਲ ਨੂੰ ਮੇਰੇ ਨਾਲ ਖੋਲ ਸਕਦੇ You ਹਾਂ can open up your Bible with me. ਯਹੋਨਾ 3 ਉਸ ਦੀ 5 ਦੇ ਵਿੱਚ ਬੜਾ ਜ਼ਬਰਦਸਤ ਵਚਨ ਲਿਖਿਆ ਗਿਆ ਹੈ John 3 verse 5. It's a great word that is written over here. ਅਤੇ ਉਸ ਦੇ ਅੰਦਰ ਇੱਕ ਸ਼ਕਤੀਸ਼ਾਲੀ ਸ਼ਬਦ ਹੈ And there is a powerful word in it. ਉੱਥੇ ਲਿਖਿਆ ਯਿਸੂ ਮਸੀਹ ਨੇ ਕਿਹਾ ਹੈ And over there it says that Jesus Christ said. ਕਿਸ ਨੇ ਕਿਹਾ ਹੈ Who has said? ਕੀ ਤੁਸੀਂ ਜਾਣਦੇ ਹੋ ਕਿਸ ਨੇ ਕਿਹਾ ਹੈ Do you know who has said these words? ਯਿਸੂ ਮਸੀਹ ਨੇ ਕਿਹਾ ਹੈ Jesus Christ said. ਉਸਨੇ ਕਿਹਾ ਜਿਸ ਨੇ ਤੇਰੇ ਲਈ ਸਲੀਬ ਤੇ ਜਾਨ ਦਿੱਤੀ ਹੈ The one who said is the one who died for you on the ਜਿਹੜਾ cross. ਤੇਰੇ ਲਈ ਸਲੀਬ ਤੇ ਮਰਿਆ ਹੈ The one who died for you on the cross. ਜਿਸ ਨੇ ਤੇਰੇ ਲਈ ਆਪਣੇ ਹੱਥਾਂ ਵਿੱਚ ਕਿਲਟ ਖਾਏ ਨੇ The one who took nails for you. ਜਿਸ ਨੇ ਆਪਣੀ ਪਿੱਠ ਤੇਰੇ ਲਈ ਦਿੱਤੀ ਹੈ The one who gave his back for you. ਯਿਸੂ ਮਸੀਹ ਨੇ ਕਿਹਾ ਹੈ Jesus Christ has said. ਪਤਾ ਕੀ ਕਿਹਾ ਹੈ Do you know what he has said? ਪਰਮੇਸ਼ਰ ਦਾ ਵਚਨ ਇਸ ਤਰ੍ਹਾਂ ਸਾਨੂੰ ਦੱਸਦਾ ਹੈ The word of God says ਉਸਨੇ like ਕਿਹਾ ਮੈਂ this. ਤੁਹਾਨੂੰ ਸੱਚ ਸੱਚ ਕਹਿੰਦਾ ਹਾਂ He said, truly
truly, truly I say unto ਸੱਚ thee. ਸੱਚ ਕਹਿਣ ਦਾ ਮਤਲਬ ਕੀ ਹੈ To say truly, what does that mean? ਕਿ ਕੋਈ ਤੁਹਾਨੂੰ ਭੁਲੇਖੇ 'ਚ ਵੀ ਪਾਵੇ ਤਾਂ ਤੁਸੀਂ ਭੁਲੇਖੇ 'ਚ ਨਹੀਂ ਪੈਣਾ So that if someone puts you into deception, you are not going to go into that. ਇਸ ਵਚਨ ਤੇ ਯੀਸ਼ੂ ਮਸੀਹ ਨੇ ਫੋਕਸ ਕੀਤਾ ਹੈ And Jesus Christ has focused upon this ਅਤੇ word. ਬਾਕੀਆਂ ਦਾ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ And he wants the others to have focus upon this word. ਕਿਉਂਕਿ ਉਹਦੇ ਅੰਦਰ ਇੱਕ ਸ਼ਬਦ ਲਿਖਿਆ ਗਿਆ ਹੈ For there is a word written inside of ਜਿਸ it, ਸ਼ਬਦ ਨੂੰ ਲੈ ਕੇ ਅਸੀਂ ਬਪਤਿਸਮਾ ਲੈਣ ਦੇ ਲਈ ਤਿਆਰ ਹੁੰਦੇ ਹਾਂ and by which we are ready to take the baptism. ਉਸਨੇ ਕਿਹਾ ਜੇ ਕੋਈ ਮਨੁੱਖ ਨਵੇਂ ਸਿਰਿਓਂ ਨਾ ਜੰਮੇ He said if any person is not born again, ਅਸੀਂ ਨਵੇਂ ਸਿਰਿਓਂ ਕਿੱਦਾਂ ਜੰਮਣਾ ਹੈ how we can be born again? ਅਸੀਂ ਫਿਰ ਮਰਾਂਗੇ ਤੇ ਮਾਂ ਦੀ ਕੁੱਖ ਚੋਂ ਜੰਮਾਂਗੇ We should die first and then we should go into our mother's womb. ਨਵੇਂ ਸਿਰਿਓਂ ਕਿੱਦਾਂ ਜੰਮਣਾ ਹੈ How we ought to be born again? ਨਵੇਂ ਸਿਰਿਓਂ ਜੰਮਣਾ ਕੀ ਹੈ What is the word that says to be born ਤੇ again? ਜਿਨ੍ਹਾਂ ਨੇ ਬਪਤਿਸਮਾ ਲਏ ਨੇ ਨਵੇਂ ਸਿਰਿਓਂ ਜੰਮੇ ਨੇ And all those who are baptized, are they born again? ਕਿ ਤੁਹਾਡਾ ਨਵੇਂ ਸਿਰਿਓਂ ਜਨਮ ਹੋ ਚੁੱਕਿਆ ਹੈ Is your birth with a new beginning? ਕਿ ਤੁਸੀਂ ਖਾਲੀ ਪਾਣੀ 'ਚ ਨਹਾ ਕੇ ਬਾਹਰ ਆ ਗਏ ਹੋ Or you have just taken bath in the water and come out? ਬਪਤਿਸਮਾ ਲੈਣਾ ਨਹਾਉਣਾ ਨਹੀਂਗਾ To take baptism is not taking the bath. ਬਪਤਿਸਮਾ ਲੈਣਾ ਪਰਮੇਸ਼ਵਰ ਦੇ ਹੁਕਮਾਂ 'ਚ ਆਉਣਾ ਹੈ To take baptism is to come into the clothes of God. ਨਵੇਂ ਸਿਰਿਓਂ ਜੰਮਣਾ ਹੈ To be born again. ਕੀ ਤੁਸੀਂ ਨਵੇਂ ਸਿਰਿਓਂ ਜੰਮੇ ਹੋ Are you born again? ਜਾਂ ਅੱਜ ਜੰਮਣਾ ਚਾਹੁੰਦੇ ਹੋ Or you want to be birthed today? ਜੇਕਰ ਤੁਸੀਂ ਬਪਤਿਸਮਾ ਲੈ ਕੇ ਵੀ ਮਰੇ ਹੋਏ ਹੋ If after taking baptism you are dead, ਤੇ ਮੇਰਾ ਯੀਸ਼ੂ ਕਹਿ ਰਹੇ ਨੇ ਅੱਜ and my Jesus says, ਕਿ ਨਵੇਂ ਸਿਰਿਓਂ ਜੰਮ ਪਓ be born again. ਨਵੇਂ ਸਿਰਿਓਂ ਜਨਮ ਲੈ ਲਓ Take a birth again. ਜਦੋਂ ਅਸੀਂ ਨਵੇਂ ਸਿਰਿਓਂ ਜਨਮ ਲੈਂਦੇ ਹਾਂ When we are born again, ਸਾਡੀਆਂ ਸੋਚਾਂ ਬਦਲ ਜਾਂਦੀਆਂ ਨੇ our thoughts change. ਸਾਡਾ ਡਰ ਖਤਮ ਹੋ ਜਾਂਦਾ Our ਹੈ fear finishes. ਸਾਡਾ ਕਨੈਕਸ਼ਨ ਰੱਬ ਨਾਲ ਜੁੜ ਜਾਂਦਾ Our ਹੈ connection is filled with God. ਦੁਨੀਆ ਦੀਆਂ ਸੋਚਾਂ ਨਾਲੋਂ ਅਸੀਂ ਵੱਖਰੇ ਹੁੰਦੇ ਹਾਂ We are separated from the thoughts of the ਅਸੀਂ Lord. ਪਰਮੇਸ਼ਵਰ ਨੂੰ ਸਮਰਪਿਤ ਹੋ ਜਾਂਦੇ ਹਾਂ We are offered to the Lord God ਅਸੀਂ alone. ਭੀੜਾਂ ਵਿੱਚ ਖੜੇ ਨਹੀਂ ਹੁੰਦੇ We do not stand in the crowd. ਅਸੀਂ ਆਪਣੇ ਪਰਮੇਸ਼ਵਰ ਦੇ ਵਚਨ ਨਾਲ ਖੜੇ ਹੁੰਦੇ We ਹਾਂ stand with the word of ਜਿਹੜੇ God. ਯਿਸੂ ਦੇ ਨਾਮ ਵਿੱਚ ਰੰਗੇ ਗਏ ਨੇ All those who are colored in the name of ਉਹ Jesus, ਕਦੇ ਵੀ ਪਿੱਛੇ ਨਹੀਂ ਜਾਂਦੇ they do not slide back. ਉਸਨੇ ਕਿਹਾ ਮੇਰਾ ਜੀ ਪ੍ਰਸੰਨ ਨਹੀਂ ਹੋਵੇਗਾ He said that my mind should not be joyful. ਜੇ ਮੇਰਾ ਭਗਤੀ ਜਨ ਜਿਹੜਾ ਆ ਉਹ ਪਿੱਛੇ ਨੂੰ ਜਾਵੇ If my servant slides back, ਉਹ ਕਹਿੰਦਾ ਮੇਰਾ ਬੰਦਾ ਅੱਗੇ ਨੂੰ ਜਾਵੇ ਮੇਰਾ ਜੀ ਪ੍ਰਸੰਨ ਹੁੰਦਾ ਹੈ and my man should go forward, this is what makes me ਅੱਜ ਬਹੁਤ ਸਾਰੀਆਂ joyful. ਭੈਣਾਂ ਤੇ ਭਰਾ ਨੇ ਜਿਨ੍ਹਾਂ ਨੇ ਬਪਤਿਸਮੇ ਲਏ ਹੋਏ ਨੇ Many brothers and sisters are here who have got baptism. ਉਹ ਆਪ ਪਿੱਛੇ ਨੂੰ ਜਾਂਦੇ ਨੇ ਤੇ ਦੂਜਿਆਂ ਨੂੰ ਵੀ ਪਿੱਛੇ ਨੂੰ ਧੱਕਦੇ ਨੇ They themselves slide back and they let others also come along ਉਹ with them. ਦੂਜਿਆਂ ਦਾ ਈਮਾਨ ਵੀ ਕਮਜ਼ੋਰ ਕਰਦੇ ਨੇ They make the faith of others weak. ਉਹਨਾਂ ਨੂੰ ਅੱਜ ਯਿਸੂ ਵਿੱਚ ਨਵਾਂ ਜਨਮ ਪਾਉਣ ਦੀ ਲੋੜ ਹੈ They ought to be birthed in the Jesus. ਜਦੋਂ ਨਵਾਂ ਬੱਚਾ ਜੰਮਦਾ ਘਰ ਵਿੱਚ ਖੁਸ਼ੀਆਂ ਹੁੰਦੀਆਂ ਨੇ As a child is born, the happiness is there in the ਜਦੋਂ house. ਨਵਾਂ ਬੱਚਾ ਜੰਮਦਾ ਘਰ ਵਿੱਚ ਰੌਣਕ ਹੁੰਦੀ ਹੈ And as the child is born, there is all joyful. ਕਿ ਅੱਜ ਤੁਹਾਡੀ ਰੌਣਕ ਹੈ ਕਿ ਤੁਸੀਂ ਯਿਸੂ ਵਿੱਚ ਨਵੇਂ ਜੰਮੇ ਹੋ And is there any glory in you that shows you are born in ਜਿਹੜਾ Jesus? ਯਿਸੂ ਚ ਨਵਾਂ ਜੰਮਦਾ ਰੌਣਕਾਂ ਲਾ ਦਿੰਦਾ ਹੈ And the one who is born in Jesus makes everything good. ਨਵੇਂ ਜਨਮ ਦੀ ਗੱਲ ਹੋ ਰਹੀ ਹੈ It's being talked of the new birth. ਅੱਜ ਮੇਰੇ ਯਿਸੂ ਮਸੀਹ ਇਸ ਵਚਨ ਦੇ ਰਾਹੀਂ ਗੱਲ ਕਰ ਰਹੇ ਨੇ By this word, my Jesus is talking to ਅਤੇ ਉਹ you. ਨਵੇਂ ਜਨਮ ਦੀ ਗੱਲ ਕਰ ਰਹੇ ਨੇ And ਸਾਡੇ he's ਨਾਲ talking about the new birth. ਅੱਜ ਉਹ ਪੁੱਛ ਰਹੇ ਨੇ ਕਿ ਤੁਸੀਂ ਮੇਰੇ ਵਿੱਚ ਨਵਾਂ ਜਨਮ ਪਾ ਲਿਆ ਹੈ And he's asking you, are you born in me? ਕਿ ਤੁਸੀਂ ਮੇਰੇ ਵਿੱਚ ਨਵੇਂ ਜੰਮ ਪਏ ਹੋ Are you born in me a new way? ਫਿਰ ਤੁਹਾਡਾ ਪਿਆਰ ਕਿੱਥੇ ਹੈ Then where is your love? ਉਹ ਪਿਆਰ ਜਿਹੜਾ ਯਿਸੂ ਮਸੀਹ ਦੇ ਨਾਲ ਹੋਣਾ ਚਾਹੀਦਾ The ਹੈ love that should be with Jesus. ਉਹ ਜਿਹੜਾ ਯਿਸੂ ਮਸੀਹ ਦੇ ਨਾਲ ਅਸੀਂ ਪਿਆਰ ਕਰਨਾ The ਹੈ love that we ought to be in Jesus. ਉਹ ਕਿਸ ਤਰ੍ਹਾਂ ਦਾ ਪਿਆਰ ਚਾਹੀਦਾ ਹੈ What kind of love that should be? ਉਸ ਪਿਆਰ ਦੇ ਵਿੱਚ ਕੋਈ ਵੀ ਮਤਲਬ ਪ੍ਰਸਤ ਚੀਜ਼ਾਂ ਨਹੀਂ ਹੋਣੀਆਂ There ਚਾਹੀਦੀਆਂ should not be any selfish motives in that ਜਿਹੜਾ love. ਯਿਸੂ ਦੇ ਨਾਲ ਅਸੀਂ ਪਿਆਰ ਕਰਨਾ ਉਹ ਬੇਗਰਜ ਪਿਆਰ ਹੋਣਾ And ਚਾਹੀਦਾ the love that we ought to have with Jesus should be selfless. ਜੇ ਤੁਸੀਂ ਬਪਤਿਸਮਾ ਲੈ ਚੁੱਕੇ ਹੋ ਤਾਂ ਵੀ ਧਿਆਨ ਦੇ ਨਾਲ ਸੁਣ ਲਓ If you're baptized, pay attention
attention and listen. ਜੇ ਤੁਸੀਂ ਬਪਤਿਸਮਾ ਲੈਣਾ ਤਾਂ ਵੀ ਧਿਆਨ ਨਾਲ ਸੁਣ ਲਓ And if you are about to be baptized, pay attention. ਪਰਮੇਸ਼ਰ ਪ੍ਰੇਮ ਆ God is love. ਪਰਮੇਸ਼ਰ ਪ੍ਰੇਮ ਨੂੰ ਪਸੰਦ ਕਰਦੇ ਆ God loves love. ਤੁਹਾਡੇ ਨਖਰਿਆਂ ਨੂੰ ਪਸੰਦ ਨਹੀਂ ਕਰਦਾ He ਉਹ doesn't like what you could do around. ਜੇ ਤੁਸੀਂ ਮਿਨਿਸਟਰੀ ਦੇ ਲਈ ਕੁਝ ਕਰ ਸਕਦੇ ਆ If you can do anything for the ministry, ਤੁਹਾਡੇ ਵਿੱਚ ਉਹ ਟੈਲੈਂਟ ਆ ਕਿ ਤੁਸੀਂ ਕੁਝ ਕਰੋ and you have that ability, you should do that. ਜੇ ਤੁਸੀਂ ਨਖਰਿਆਂ ਦੇ ਨਾਲ ਆਉਂਦੇ ਹੋ ਤੁਹਾਨੂੰ ਕਦੇ ਪਸੰਦ ਨਹੀਂ ਕਰਦਾ And if you come with all sort of bad things, he won't like you. ਝੁਕ ਕੇ ਨਮਰ ਹੋ ਕੇ ਆਉਣ ਵਾਲੇ ਬੰਦਿਆਂ ਨੂੰ ਬਲੈਸ ਕਰਦਾ ਏ ਉਹ He blesses those who are humble and meek. ਅਤੇ ਬਿਨਾਂ ਕਿੰਤੂ ਪਰੰਤੂ ਕੀਤਿਆਂ ਪਰਮੇਸ਼ਵਰ ਦੀ ਕਲੀਸਿਆ ਦੀ ਸੇਵਾ ਨੂੰ ਸਮਰਪਿਤ ਹੋ ਜਾਣਾ ਹੈ ਅਸੀਂ And we ought to be offered as without any caution to the church of God. ਯਿਸੂ ਮਸੀਹ ਨੇ ਕਿਹਾ ਜੇ ਤੁਸੀਂ ਨਵੇਂ ਸਿਰਿਓਂ ਜਨਮ ਨਹੀਂ ਲੈਂਦੇ Jesus Christ said, if you do not be born ਤਾਂ again, ਤੁਸੀਂ ਪਰਮੇਸ਼ਵਰ ਦੇ ਰਾਜ ਨੂੰ ਵੇਖ ਨਹੀਂ ਸਕਦੇ then you cannot see the kingdom of God. ਕਿੰਨੇ ਜਾਣੇ ਪਰਮੇਸ਼ਵਰ ਦੇ ਰਾਜ ਨੂੰ ਵੇਖਣਾ ਚਾਹੁੰਦੇ ਨੇ How many of you want to see the ਕਿ ਤੁਸੀਂ ਉਸ ਧਨੀ ਵਾਂਗੂ ਦੂਰੋਂ ਦੇਖਣਾ ਚਾਹੁੰਦੇ ਹੋ Do you want to see the kingdom of God from far off? ਜਿਸ ਨੇ ਅਬਰਾਹਮ ਦੀ ਗੋਦ ਦੇ ਵਿੱਚ ਉਸ ਲਾਜ਼ਰ ਨੂੰ ਵੇਖਿਆ The rich man who saw Lazarus in the bosom of Abraham. ਕਿ ਤੁਸੀਂ ਦੇਖਣਾ ਹੀ ਚਾਹੁੰਦੇ ਹੋ ਕਿ ਉਸ ਰਾਜ ਦੇ ਵਿੱਚ ਜਾਣਾ ਚਾਹੁੰਦੇ ਹੋ If you only want to see or you want to enter ਪਰ also. ਯਿਸੂ ਮਸੀਹ ਨੇ ਇੱਥੇ ਇੱਕ ਫੁੱਲ ਸਟਾਪ ਲਾ ਦਿੱਤਾ ਹੈ And Jesus Christ has put on the thought over here. ਮੇਰਾ ਬਾਈਬਲ ਇਦਾਂ ਕਹਿੰਦਾ ਆ And my Bible says, ਜੇਕਰ ਕੋਈ ਮਨੁੱਖ ਨਵੇਂ ਸਿਰਿਓਂ ਨਾ ਜੰਮੇ if anyone is not born again, ਉਹ ਪਰਮੇਸ਼ਰ ਦੇ ਰਾਜ ਨੂੰ ਵੇਖ ਵੀ ਨਹੀਂ ਸਕਦਾ he cannot even see the kingdom of God. ਦਰਵਾਜ਼ੇ ਬੰਦ ਹੋ ਚੁੱਕੇ ਨੇ The doors are shut. ਹੁਣ ਅਸੀਂ ਉਹਦੇ ਰਾਜ ਨੂੰ ਦੇਖ ਨਹੀਂ ਸਕਣਾ Now we won't be able to see his kingdom. ਜੇਕਰ ਤੁਸੀਂ ਉਹਦੇ ਰਾਜ ਨੂੰ ਦੇਖਣਾ ਚਾਹੁੰਦੇ ਹੋ If you want to see his kingdom, ਫਿਰ ਸਾਨੂੰ ਉਹਦੇ ਹੁਕਮ ਨੂੰ ਪੂਰਾ ਕਰਨਾ ਪਵੇਗਾ then we ought to obey his command. ਅਤੇ ਉਹਦਾ ਹੁਕਮ ਕੀ ਹੈ What is his command? ਇਹਦੀ 5 ਆਇਤ ਇਦਾਂ ਦੱਸਦੀ ਹੈ And the verse 5 says, ਕਹਿੰਦਾ ਜੇਕਰ ਕੋਈ ਮਨੁੱਖ if any person ਜਲ ਤੇ ਆਤਮਾ ਤੋਂ ਨਾ ਜੰਮੇ is not born of water and of spirit. ਜਲ ਬਪਤਿਸਮੇ ਨੂੰ ਦਿਖਾਉਂਦਾ ਹੈ The water signifies the baptism of water. ਅਤੇ ਜੇ ਅਸੀਂ ਅੱਜ ਪਾਣੀ ਦੇ ਬਪਤਿਸਮੇ ਦੇ ਦੁਆਰਾ ਯਿਸੂ ਮਸੀਹ ਨੂੰ ਪਾ ਲੈਂਦੇ ਹਾਂ And if we receive Jesus Christ by the baptism of water, ਤਾਂ ਅਸੀਂ ਪਰਮੇਸ਼ਵਰ ਦੇ ਕਿੰਗਡਮ ਨੂੰ ਦੇਖ ਸਕਦੇ ਹਾਂ then we will be able to see the kingdom of God. ਕਿ ਤੁਸੀਂ ਪਰਮੇਸ਼ਵਰ ਦੇ ਰਾਜ ਵਿੱਚ ਜਾਣਾ ਚਾਹੁੰਦੇ ਹੋ Do you want to enter into the kingdom of God? ਤੁਹਾਨੂੰ ਪਰਮੇਸ਼ਵਰ ਨੇ ਚੰਗੇ ਕਰਨ ਵਾਸਤੇ ਹੀ ਨਹੀਂ ਬੁਲਾਇਆ He has not called you only to just heal ਉਹ you. ਆਉਣ ਵਾਲੀਆਂ ਤਬਾਹੀਆਂ ਤੋਂ ਤੁਹਾਨੂੰ ਬਚਾਉਣਾ ਵੀ ਚਾਹੁੰਦਾ ਹੈ He also wants to save you from the coming ਪਰ destruction. ਉਸ ਤੋਂ ਵੀ ਵੱਡੀ ਗੱਲ ਹੈ Beyond that, ਉਹ ਤੁਹਾਨੂੰ ਆਪਣੇ ਰਾਜ ਲਈ ਤਿਆਰ ਕਰਨਾ ਚਾਹੁੰਦਾ ਹੈ ਅੱਜ he wants to prepare you for his kingdom. ਤੁਹਾਨੂੰ ਆਪਣੇ ਰਾਜ ਸਵਰਗ ਦੇ ਵਿੱਚ ਲੈ ਕੇ ਜਾਣਾ ਚਾਹੁੰਦਾ He ਹੈ wants to take you along to his kingdom that is heaven. ਕੀ ਤੁਸੀਂ ਉਹਦੇ ਸਵਰਗ ਦੇ ਰਾਜ ਵਿੱਚ ਜਾਣ ਨੂੰ ਤਿਆਰ ਆ Are you ready to enter into his kingdom that is heaven? ਤਾਂ ਯਿਸੂ ਮਸੀਹ ਦੇ ਵਿੱਚ ਜੀਵਨ ਪਾਉਣ ਦੇ ਲਈ ਸੰਸਾਰ ਚੋਂ ਮਰਨਾ ਪਵੇਗਾ Then you ought to die in the world and live in Christ Jesus. ਅਤੇ ਜਿਸ ਦਿਨ ਤੁਸੀਂ ਜਲ ਤੇ ਆਤਮਾ ਤੋਂ ਜੰਮ ਗਏ And the day you are born of water and of spirit, ਤਾਂ ਪਰਮੇਸ਼ਰ ਦੇ ਰਾਜ ਵਿੱਚ ਵੜ ਸਕਦੇ ਹਾਂ and then you are able to enter into the kingdom of God. ਇੱਥੇ ਅਧਿਕਾਰ ਦਿੱਤਾ ਗਿਆ ਹੈ Over here, the authority, ਜਿਹੜਾ ਜਲ ਤੇ ਆਤਮਾ ਤੋਂ ਜੰਮੇ the one who is born of the water and spirit, ਉਹ ਪਰਮੇਸ਼ਰ ਦੇ ਕਿੰਗਡਮ ਵਿੱਚ ਚਲਾ ਜਾਏ he goes into the kingdom of God. ਕੀ ਤੁਸੀਂ ਅੱਜ ਤਿਆਰ ਹੋ Are you ready ਉਹਦੇ ਕਿੰਗਡਮ ਦੇ ਵਿੱਚ ਵੜਨ ਵਾਸਤੇ to enter into his kingdom? ਜੇਕਰ ਤੁਸੀਂ ਅੱਜ ਤਿਆਰ ਹੋ And if you are ready, ਜਿਹੜੇ ਵਾਅਦੇ ਪਰਮੇਸ਼ਵਰ ਨੇ ਸਾਨੂੰ ਦਿੱਤੇ ਨੇ the promises God has given unto ਅੱਜ us, ਉਹਨਾਂ ਵਾਅਦਿਆਂ ਨੂੰ ਆਪਣੇ ਉੱਤੇ ਲੈ ਲਈਏ take those promises. Let us take those promises ਉਹਨਾਂ upon. ਵਾਅਦਿਆਂ ਨੂੰ ਆਪਣੇ ਉੱਤੇ ਆਉਣ ਦਈਏ Let these promises come upon us. ਅਸੀਂ ਬਪਤਿਸਮਾ ਲਈਏ We take the ਪ੍ਰਾਰਥਨਾ ਕਰੀਏ and pray ਚਰਚ ਆਈਏ and come to church regularly ਵਰਦਾਨ ਪ੍ਰਾਪਤ ਕਰੀਏ and receive the gifts ਅਤੇ ਉਹਦੀ ਆਸ਼ੀਸ਼ ਦੇ ਥੱਲੇ ਆ ਜਾਈਏ and come under his blessing. ਉਹਦੀ ਆਸ਼ੀਸ਼ ਦੇ ਥੱਲੇ ਆ ਜਾਈਏ And come under his ਕੀ blessing. ਤੁਸੀਂ ਉਹਦੀ ਆਸ਼ੀਸ਼ ਦੇ ਥੱਲੇ ਆਣਾ ਚਾਹੁੰਦੇ ਹੋ Do you want to come under his blessing? ਲਿਖਿਆ ਹੈ ਬਾਣੀ ਦੇ ਅੰਦਰ ਪਰਮੇਸ਼ਵਰ ਦੇ ਹੱਥ 'ਚ ਪੈਣਾ ਇੱਕ ਭਿਆਨਕ
ਗੱਲ ਹੈ And it is written in the word to be into the hands of God. ਕਿ ਤੁਸੀਂ ਅੱਜ ਆਪਣੇ ਆਪ ਨੂੰ ਪਰਮੇਸ਼ਵਰ ਦੇ ਹੱਥ ਵਿੱਚ ਦੇਣਾ ਚਾਹੁੰਦੇ ਹੋ Do you want to give yourself into the hands of God? ਜਦੋਂ ਘੁਮਿਆਰ ਮਿੱਟੀ ਨੂੰ ਆਪਣੇ ਹੱਥ ਵਿੱਚ ਲੈਂਦਾ ਦੇਖਿਆ ਕੀ ਹੁੰਦਾ ਹੈ When a potter takes a clay in his hand, do you know what happens? ਜਦੋਂ ਉਹਨੂੰ ਚੱਕ ਤੇ ਰੱਖ ਦਿੰਦਾ ਕੀ ਹੁੰਦਾ ਹੈ When he keeps it on the wheel, what happens? ਚੱਕ ਜਦੋਂ ਘਮਾਉਂਦਾ ਤੇ ਉਹਦੇ ਆਸ-ਪਾਸ ਬਹੁਤ ਸਾਰੀ ਮਿੱਟੀ ਪਈ ਰਹਿੰਦੀ ਹੈ And when he revolves the wheel, there is a lot of clay around. ਅੱਜ ਪਰਮੇਸ਼ਰ ਤੁਹਾਨੂੰ ਚੱਕ ਤੇ ਰੱਖਣਾ ਚਾਹੁੰਦਾ ਹੈ Today God wants to put you on wheel. ਜਦੋਂ ਅਸੀਂ ਉਸ ਚੱਕ ਤੇ ਚੜ ਜਾਾਂਗੇ ਸਾਡੀ ਕੋਈ ਨਾ ਕੋਈ ਸ਼ਕਲ ਬਣ ਜਾਏਗੀ And when we climb on that wheel, we will be given a shape. ਸਾਡੀ ਸੂਰਤ ਬਣ ਜਾਏਗੀ And we will be given an image. ਪਰਮੇਸ਼ਰ ਅੱਜ ਤੁਹਾਨੂੰ ਧੋਣਾ ਚਾਹੁੰਦਾ ਹੈ God wants to wash you clean. ਬਪਤਿਸਮਾ ਲੈਣ ਦਾ ਮਤਲਬ ਹੈ ਪਾਪਾਂ ਦੀ ਮੈਲ ਨੂੰ ਲਾਉਣਾ To take baptism means to take off the dirt of sin. ਅਤੇ ਪਵਿੱਤਰਤਾਈ ਦੇ ਜੀਵਨ ਨੂੰ ਪਾਉਣਾ And to wear upon the clothes of the truthless. ਬਪਤਿਸਮਾ ਲੈਣ ਵਾਲਾ ਵਿਅਕਤੀ ਭੂਤਾਂ ਨਾਲ ਲੜਨ ਦੀ ਤਾਕਤ ਪ੍ਰਾਪਤ ਕਰ ਲੈਂਦਾ ਹੈ And the one who takes baptism is able to fight with us evil powers. ਬਪਤਿਸਮਾ ਲੈਣ ਵਾਲਾ ਵਿਅਕਤੀ ਸਵਰਗ ਨੂੰ ਜਾਣ ਦੇ ਲਾਇਕ ਹੋ ਜਾਂਦਾ ਹੈ And the one who takes baptism is able to go into the heavenly kingdom. ਬਪਤਿਸਮਾ ਲੈਣ ਵਾਲਾ ਵਿਅਕਤੀ 9 ਤਰ੍ਹਾਂ ਦੇ ਵਰਦਾਨਾਂ ਦੇ ਵਿੱਚੋਂ ਵਰਦਾਨ ਚੁਆਇਸ ਕਰ ਸਕਦਾ ਹੈ And the one who takes baptism he can choose the gifts from 9 gifts. ਉਹ ਸਵਰਗੀ ਬੋਲੀਆਂ ਦੇ ਵਿੱਚ ਪ੍ਰਾਰਥਨਾ ਕਰ ਸਕਦਾ ਹੈ He is able to talk in strange ਉਹ languages. ਸੁਪਨਿਆਂ ਦੇ ਅਰਥ ਕਰ ਸਕਦਾ ਹੈ He is able to just translate the ਉਹ dreams. ਭੂਤਾਂ ਨੂੰ ਹੁਕਮ ਦੇਊਗਾ ਤੇ ਨਿਕਲ ਜਾਓਗੇ And he shall command the demons and they shall be casted out. ਅੱਜ ਸਾਨੂੰ ਬਪਤਿਸਮਾ ਕਿਉਂ ਲੈਣਾ ਹੈ Why we ought to be baptized today? ਬਪਤਿਸਮਾ ਲੈਣਾ ਪਾਣੀ 'ਚ ਨਹਾਉਣਾ ਨਹੀਂਗਾ To take baptism is not to bathe in water. ਬਪਤਿਸਮਾ ਲੈਣਾ ਪਰਮੇਸ਼ਵਰ ਦੇ ਰਾਜ ਵਿੱਚ ਜਾਣਾ ਹੈ To take baptism means to enter into his kingdom. ਅਯੂਬ 36 ਉਹਦੀ 10 ਆਇਤ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ And Job 36 verse 10 says, ਉਹ ਸਿੱਖਿਆ ਲਈ ਉਹਨਾਂ ਲੋਕਾਂ ਦੇ ਕੰਨ ਖੋਲਦਾ ਹੈ he opens for the teaching the ears of his people. ਜਿਨ੍ਹਾਂ ਦੇ ਨਾਲ ਉਹ ਪਿਆਰ ਕਰਦਾ ਹੈ The one he loves. ਅੱਜ ਬਹੁਤ ਸਾਰੇ ਇੱਥੇ ਬੈਠੇ ਨੇ Many are sitting over here. ਜਿਨ੍ਹਾਂ ਦੇ ਕੰਨ ਤਾਂ ਖੁੱਲੇ ਨੇ Their ears are open. ਆਫਟਰ ਮੀਟਿੰਗ ਉਹਨਾਂ ਨੂੰ ਇੱਕ ਵੀ ਲਾਈਨ ਯਾਦ ਨਹੀਂ ਹੋਣੀ But after the fellowship, not a single line they will be able to remember. ਪਰ ਪ੍ਰਭੂ ਦਾ ਵਚਨ ਕੀ ਕਹਿੰਦਾ ਹੈ But what does the word of God say? ਉਹ ਸਿੱਖਿਆ ਵਾਸਤੇ ਕੰਨਾਂ ਨੂੰ ਖੋਲ ਦਿੰਦਾ ਹੈ He opens the ears for the teaching. ਕਿ ਤੁਸੀਂ ਅੱਜ ਪਰਮੇਸ਼ਵਰ ਦੀ ਸਿੱਖਿਆ ਨੂੰ ਆਪਣੇ ਹਿਰਦੇ ਤੱਕ ਜਾਣ ਦੇਣਾ ਚਾਹੁੰਦੇ ਹੋ Do you allow the teaching of the God to go and inside of your heart? ਅਸੀਂ ਨਿਊ ਟੈਸਟਾਮੈਂਟ ਰੋਮੀਆਂ ਦੇ ਵਿੱਚ ਜਾ ਕੇ ਦੇਖਦੇ ਹਾਂ ਉਸ ਦਾ 6 ਅਧਿਆਇ ਕੀ ਕਹਿੰਦਾ ਹੈ And we will go into the book of Romans in chapter 6 what it says. ਕਹਿੰਦਾ ਕਿ ਅਸੀਂ ਹੁਣ ਪਾਪ ਕਰਨ ਵਿੱਚ ਲੱਗੇ ਰਹੀਏ He says over here, should we now continue to keep on sinning? ਕਿ ਅਸੀਂ ਪਾਪ ਕਰੀ ਜਾਈਏ Should we keep on sinning? ਸੁਣ ਲਓ ਜਿਹਨਾਂ ਨੇ ਬਪਤਿਸਮੇ ਲਏ ਨੇ All who have baptized, listen. ਜੇ ਤੁਸੀਂ ਪਾਪ ਦੇ ਵਿੱਚੋਂ ਦੀ ਜਾਂਦੇ ਹੋ If you go into the sin, ਤੇ ਸਜ਼ਾ ਤੋਂ ਮੁਕਤ ਨਹੀਂ ਹੋ ਸਕੋਗੇ you won't be saved from the punishment. ਅਤੇ ਦੁੱਗਣੀ ਸਜ਼ਾ ਦੇ ਭਾਗੀ ਬਣ And ਜਾਓਗੇ you shall be the one to be afforded the 2 times of punishment. ਕਹਿੰਦਾ ਕਿ ਅਸੀਂ ਪਾਪ ਕਰੀਏ And he says, we sin ਤੇ ਪ੍ਰਭੂ ਦੀ ਕਿਰਪਾ ਮੰਗੀਏ and ask the grace of the Lord. ਕਿ ਉਹਦੀ ਕਿਰਪਾ ਸਾਡੇ ਉੱਤੇ ਆਊਗੀ And with his grace come upon us. ਵਚਨ ਦੇ ਵਿੱਚ ਲਿਖਿਆ ਸੀ ਪਾਪ ਵੱਲੋਂ ਮਰ ਗਏ ਹਾਂ And the word it is written, we are dead to sin. ਅਤੇ ਯਿਸੂ ਵਿੱਚ ਜਿਉਂਦੇ ਹਾਂ And we are alive in ਕਿ Jesus. ਤੁਸੀਂ ਉੱਚੀ ਆਵਾਜ਼ ਵਿੱਚ ਕਹਿ ਸਕਦੇ ਹੋ Can you say loudly? ਅਸੀਂ ਯਿਸੂ ਵਿੱਚ ਜਿਉਂਦੇ ਹਾਂ We are alive in Jesus. ਕਿ ਮੈਂ ਸੁਣ ਸਕਦਾ ਹਾਂ ਹਾਲੇਲੂਇਆ Hallelujah. ਐਦਾਂ ਕਹਿਣਾ ਕਿਸੇ ਨੇ ਨਹੀਂ ਮੰਨਣਾ When you say no one is able to just ਜੇ know. ਤੁਸੀਂ ਯਿਸੂ ਵਿੱਚ ਜਿਉਂਦੇ ਆ ਤੇ ਫਿਰ ਜਿਉਂਦਿਆਂ ਵਾਲੇ ਕੰਮ ਕਰੋ If you are alive in Jesus, do the works like a life. ਜਿਉਂਦਿਆਂ ਵਾਲੇ ਕੰਮ ਕਰਕੇ ਦਿਖਾਓ Do the works of a life ਜਿਹੜੇ man. ਯਿਸੂ ਵਿੱਚ ਜਿਉਂਦੇ ਆ ਉਹ ਯਿਸੂ ਦਾ ਕਲਾਮ ਲੋਕਾਂ ਤੱਕ ਲੈ ਕੇ ਜਾਂਦੇ The ਆ one who are alive in Jesus, they take the word to people. ਜੇ ਤੁਸੀਂ ਯਿਸੂ ਦਾ ਕਲਾਮ ਲੋਕਾਂ ਤੱਕ ਲੈ ਕੇ ਨਹੀਂ ਜਾਂਦੇ And if you do not take the word of God to the people, ਤੁਸੀਂ ਮਰੇ ਹੋਏ ਹੋ you are dead. ਤੇ ਅੱਜ ਮੈਂ ਪ੍ਰਾਰਥਨਾ ਕਰਦਾ ਆ Today I pray
ਯੀਸ਼ੂ ਮਸੀਹ ਦੇ ਨਾਮ ਦੇ ਵਿੱਚ In the name of the Lord Jesus. ਜਿਹੜੇ ਯੀਸ਼ੂ ਦੇ ਵਿੱਚ ਮਰੇ ਹੋਏ ਨੇ ਜਿੰਦਾ ਹੋ ਜਾਣ Let all who are dead in Christ be alive. ਪ੍ਰਭੂ ਤੇਰਾ ਆਤਮਾ ਇਹਨਾਂ ਨੂੰ ਛੂ ਲੈ Lord, let your spirit touch them. ਇਨ ਜੀਸਸ ਨੇਮ In Jesus' name. ਆਮੇਨ Amen. ਇਹਦੀ 11 ਆਇਤ ਸਾਨੂੰ ਕੀ ਦੱਸਦੀ ਹੈ What does the verse number 11 say? ਹੁਣ ਤੁਸੀਂ ਆਪਣੇ ਆਪ ਨੂੰ ਪਾਪਾਂ ਵੱਲੋਂ ਮਰੇ ਹੋਏ ਸਮਝੋ Now think yourself as dead as far as the sin is concerned. ਅਤੇ ਪ੍ਰਭੂ ਯੀਸ਼ੂ ਮਸੀਹ ਦੇ ਵਿੱਚ And in the Jesus Christ, ਪਰਮੇਸ਼ਵਰ ਲਈ ਜਿਉਂਦੇ ਸਮਝੋ and be alive unto God. ਅੱਜ ਸਾਨੂੰ ਯੀਸ਼ੂ ਮਸੀਹ ਦੇ ਵਿੱਚ ਜਿਉਂਦੇ ਹੋਣਾ ਹੈ We ought to be alive in Jesus Christ. ਜਦੋਂ ਅਸੀਂ ਬਪਤਿਸਮਾ ਲੈਂਦੇ ਹਾਂ When we get baptized, ਅਸੀਂ ਪਰਮੇਸ਼ਵਰ ਨਾਲ ਵਾਅਦਾ ਕਰਦੇ ਹਾਂ we promise an agreement with ਮੈਂ God. ਪਾਪੀ ਹਾਂ ਪ੍ਰਭੂ Oh, I am a sinner. ਮੈਨੂੰ ਮਾਫ ਕਰ ਪ੍ਰਭੂ Oh, forgive ਅੱਜ me. ਮੈਂ ਆਪਣੇ ਪਾਪਾਂ ਨੂੰ ਮੰਨਦਾ ਤੇ ਛੱਡਦਾ ਆ I confess all my sins and ਉਹ ਭਾਈ ਛੱਡਿਆ ਤੇ ਮੰਨਿਆ ਕੀ ਜੇ ਫਿਰ ਉਹੀ ਕੰਮ ਕੀਤੇ if you have let and then you do that, confess, and then what's the use? ਅਸੀਂ ਦੁਨੀਆ ਵਿੱਚ ਨਹੀਂ ਜੀਣਾ We need not live in the world. ਅਸੀਂ ਯਿਸੂ ਵਿੱਚ ਜਿਉਣਾ ਹੈ We ought to live in Jesus. ਹਾਏ ਕਹੋ ਮੈਂ ਯਿਸੂ ਚ ਜਿਉਣਾ ਹੈ Say I want to live in Jesus. ਆ ਬੀਬੀ ਬੈਠੀ ਕਹਿੰਦੀ ਨਹੀਂ ਬੀਬੀ ਕਹਿ ਮੈਂ ਯਿਸੂ ਵਿੱਚ ਜਿਉਣਾ ਹੈ ਕਿ ਕਹਿੰਦੇ ਹੈ ਮੈਂ ਤਾਂ ਧੀਆਂ ਪੁੱਤਰਾਂ ਚ ਜੀਣਾ And they say, I want to live in my sons and daughters. ਪਰ ਤੁਸੀਂ ਕਹੋ ਮੈਂ ਯਿਸੂ ਵਿੱਚ ਜਿਉਣਾ ਹੈ But say and confess, I want to live in ਜਿੰਨੇ Jesus. ਯਿਸੂ ਵਿੱਚ ਮਰੇ ਹੋਏ ਆਏ ਨੇ ਅੱਜ ਜਿੰਦਾ ਹੋ ਕੇ ਵਾਪਸ ਜਾਣੇ ਚਾਹੀਦੇ ਨੇ All who have come dead should go alive in Jesus. Hallelujah. Hallelujah. Oh, praise the Lord. Praise the Lord. बोल यीशु मसीह के नाम की Yeah. good hallelujah Hallelujah. ਬੈਟਰੀਆਂ ਚਾਰਜ ਹੋਣੀਆਂ ਹੋ ਗਈਆਂ ਸ਼ੁਰੂ Oh, batteries are about to be charged now. ਇੰਨੇ ਦਿਨਾਂ ਦੀਆਂ ਬੰਦ ਪਈਆਂ ਨੇ There are so many days and they are like vacant. ਪਰ ਅੱਜ ਚਾਰਜ ਹੋ ਕੇ ਜਾਣਗੀਆਂ But surely they will be charged and then ਮੇਰੇ go. ਕੋਲ ਇੱਕ ਆਇਤ ਹੋਰ ਬਾਕੀ ਹੈ One verse I have to preach. ਅਸੀਂ ਪ੍ਰਭੂ ਦੇ ਵਚਨ ਨੂੰ ਦੇਖਾਂਗੇ We will look into the word of God. ਇਸੇ ਹੀ ਚੈਪਟਰ ਚ ਅਸੀਂ 23 ਆਇਤ ਦੇਖਦੇ ਹਾਂ In this same chapter, verse 23, we will be looking. ਲਿਖਿਆ ਪਾਪਾਂ ਦੀ ਮਜ਼ਦੂਰੀ ਤਾਂ ਮੌਤ ਹੈ He says the wages of sin is ਪਰ death. ਪਰਮੇਸ਼ਰ ਦੀ ਬਖਸ਼ਿਸ਼ ਮਸੀਹ ਯਿਸੂ ਸਾਡੇ ਪ੍ਰਭੂ ਦੇ ਵਿੱਚ ਸਦੀਵਿਕ ਜੀਵਨ ਹੈ But God's free gift is eternal life in union with Christ Jesus our Lord. ਅਸੀਂ ਯਿਸੂ ਮਸੀਹ ਦੇ ਵਿੱਚ ਚੁਣੇ ਗਏ ਹਾਂ We are chosen in Jesus ਆਪਾਂ ਇੱਕ Christ. ਆਇਤ ਪੜ੍ਹੀ ਸੀ ਆਉਣ ਵਾਲੀ ਤਬਾਹੀ ਤੋਂ ਬਚਾਉਂਦਾ ਹੈ We read a verse, He saves us from coming destruction. ਆਉਣ ਵਾਲੀ ਤਬਾਹੀ ਕਿਹੜੀ ਹੈ What is this coming destruction? ਜਦੋਂ ਉਸਨੇ ਡੋਰ ਖੋਲੀ ਹੋਣੀ ਸਾਰੇ ਤੜਕ ਕਰਕੇ ਨਰਕ ਦੀ ਅੱਗ ਦੀ ਝੇਲ ਦੇ ਵਿੱਚ ਡਿੱਗਦੇ ਹੋਣੇ ਆ When the door shall be open and all shall be falling one by one into that lake of ਪਰਮੇਸ਼ਰ ਨੇ fire. ਅੱਜ ਤੁਹਾਨੂੰ ਆਜ਼ਾਦੀ ਦਿੱਤੀ ਹੈ God has given liberty to you ਕਿ today ਤੁਸੀਂ ਨਰਕ ਦੀ ਅੱਗ ਦੀ ਝੇਲ ਵਿੱਚੋਂ ਬਚ ਸਕੋ so that you get saved from the lake of ਜਿਹੜੀ fire. ਸਦਾ ਦੀ ਤੁਹਾਡੇ ਜੀਵਨ ਦੇ ਅੰਦਰ ਤਬਾਹੀ ਆਉਣ ਵਾਲੀ ਹੈ The coming destruction for eternity. ਉਸ ਤਬਾਹੀ ਤੋਂ ਤੁਹਾਨੂੰ ਬਚਾਉਣਾ ਚਾਹੁੰਦਾ ਹੈ He wants to save you from that ਕੀ destruction. ਤੁਸੀਂ ਬਚਣਾ ਚਾਹੁੰਦੇ ਹੋ Do you want to be saved? ਬਚਣਾ ਚਾਹੁੰਦੇ ਹੋ Do you want to be saved? ਆइए ਆਪਣੀ ਅੱਖਾਂ ਨੂੰ ਬੰਦ ਕਰੋ ਬਾਈਬਲ ਬੰਦ ਕਰੋ ਆਪਣੇ ਸਥਾਨਾਂ ਤੇ ਖੜੇ ਹੋ ਜਾਓ Close your eyes, close your Bibles and stand at your place. ਫਟਾਫਟ ਖੜੇ ਹੋ ਜਾਓ Oh, quickly stand at your ਫਟਾਫਟ ਖੜੇ ਹੋ ਜਾਓ quickly. ਕਿਉਂਕਿ ਉਹ ਤੁਹਾਨੂੰ ਛੂਹਣਾ ਚਾਹੁੰਦਾ For ਹੈ He wants to touch you. ਆਪਣੇ ਹੱਥਾਂ ਨੂੰ ਉਠਾਈਏ ਉਸ ਦੀ ਮਹਿਮਾ ਕਰੀਏ Raise His hand and glorify. ਮੈਂ ਦੇਖ ਰਿਹਾ ਹਾਂ And I see ਜਿਨ੍ਹਾਂ ਨੇ ਬਪਤਿਸਮੇ ਲਏ ਨੇ those who are got ਅੱਜ baptized. ਪਵਿੱਤਰ ਆਤਮਾ ਉਹਨਾਂ ਦੇ ਨਾਲ ਗੱਲ ਕਰ ਰਿਹਾ The Holy Spirit is talking with them. ਪਵਿੱਤਰ ਆਤਮਾ ਉਹਨਾਂ ਦੇ ਨਾਲ ਗੱਲ ਕਰ ਰਿਹਾ The Holy Spirit is having a voice with them. ਜਿਨ੍ਹਾਂ ਨੇ ਬਪਤਿਸਮੇ ਲਏ ਹਨ Those who have got baptized. ਪਰ ਸ਼ੈਤਾਨ ਨੇ ਉਹਨਾਂ ਦੇ ਦਿਲਾਂ ਦੇ ਵਿੱਚ ਗਲਤ ਚੀਜ਼ਾਂ ਨੂੰ ਰੱਖਿਆ But the Satan has kept the wrong things in their hearts. ਅੱਜ ਯਿਸੂ ਦੇ ਲਹੂ ਦੇ ਨਾਲ ਉਹ ਸਾਰੀਆਂ ਗਲਤ ਚੀਜ਼ਾਂ ਸਾਫ਼ ਕੀਤੀਆਂ ਜਾ ਰਹੀਆਂ ਹਨ Today, by the blood of the Lord Jesus Christ, all things are being ਤੁਸੀਂ ਇੱਕ ਨਵੇਂ ਨਰੋਏ ਅਤੇ ਪਵਿੱਤਰ ਵਿਅਕਤੀ ਬਣ ਕੇ ਵਾਪਸ ਜਾਣ ਲਈ ਤਿਆਰ ਹੋ ਜਾਓ you be ready to go as a new one after you receive this.